नमस्कार, आदाब, सत श्री अकाल। चैनल पंजाबी देख रहे सारे ही दर्शकों का स्वागत है। मैं हाँ दुपिंदर कौर ते हाज़र लैके देश विदेश ते प्रवासियों नाल जुड़ियां कुछ खास खबरां। सब तो पहला नज़र मार लैने आ अहम सुर्खियां ते। टैंपरेरी फॉरन वर्कर प्रोग्राम विच कुछ अहम तब्दीलियां, खेती सैक्टर विच कामयाबी घट हो सकती है पूरी। अमेरिका ने अपनी पासपोर्ट प्रणाली विच किता बदलाव, नवे पासपोर्टां च हुण नहीं होवेगी मेल फीमेल का विकल्प। आस्ट्रेलिया च मई च होणगियां संघी चोणां, प्रधानमंत्री मॉरिसन वालों किया गया ऐलान। ते हुण है ना सरगर्मियां दा विस्तार। कैनेडा विच विदेशी कामिਆਂ ਨੂੰ रोजगार देने ਲਈ बहुत चर्चित टैंपरेरी फॉरन वर्कर प्रोग्राम विच कैनेडियन सरकार ਵੱਲੋਂ कुछ अहम तब्दीलियां कीतियां गईਆਂ ਹਨ। आओ ਜਾਣਦੇ ਹਾਂ ਨਵੇਂ ਨਿਯਮ ਅਤੇ ਇਹਨਾਂ ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਇਸ ਖਾਸ ਰਿਪੋਰਟ ਜ਼ਰੀਏ। ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਕੈਨੇਡਾ ਵਿੱਚ ਕੋਈ ਵੀ ਬਿਜ਼ਨਸ ਚਲਾ ਰਹੇ ਵਿਅਕਤੀ ਨੂੰ ਦੇਸ਼ ਵਿੱਚ ਕੋਈ ਯੋਗ ਕਾਮਾ ਨਾ ਮਿਲਣ ਦੀ ਸੂਰਤ 'ਚ ਕੋਈ ਵਿਦੇਸ਼ੀ ਕਾਮਾ ਰੱਖਣ ਦੀ ਆਗਿਆ ਦਿੰਦਾ ਹੈ। ਇਸ ਲਈ ਬਿਜ਼ਨਸ ਮਾਲਕਾਂ ਨੂੰ LMIA ਦੀ ਲੋੜ ਪੈਂਦੀ ਹੈ। LMIA ਦਾ ਪੂਰਾ ਨਾਮ ਲੇਬਰ ਇੰਸਪੈਕਟਰ ਅਸੈਸਮੈਂਟ ਹੈ। ਬਿਜ਼ਨਸ ਮਾਲਕ ਇਹ ਗੱਲ ਸਿੱਧ ਕਰ ਸਕਦਾ ਹੈ ਕਿ ਉਕਤ ਕੰਮ ਲਈ ਦੇਸ਼ ਵਿੱਚੋਂ ਕੋਈ ਵੀ ਯੋਗ ਕਾਮਾ ਨਹੀਂ ਮਿਲਿਆ, ਜਿਸ ਤੋਂ ਬਾਅਦ ਉਸਨੂੰ LMIA ਮਿਲਦੀ ਹੈ, ਜਿਸ ਤਹਿਤ ਕੋਈ ਵੀ ਵਿਦੇਸ਼ੀ ਕਾਮਾ ਕੁਝ ਸਮੇਂ ਲਈ ਕੈਨੇਡਾ ਵਿੱਚ ਆ ਕੇ ਉਕਤ ਵਿਅਕਤੀ ਲਈ ਕੰਮ ਕਰ ਸਕਦਾ ਹੈ। ਇਸ ਤਰੀਕੇ ਨਾਲ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਕੈਨੇਡਾ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ 'ਚ ਮਦਦ ਕਰਦਾ ਹੈ। ਨਿਯਮਾਂ ਵਿੱਚ ਅਹਿਮ ਤਬਦੀਲੀ ਕਰਦਿਆਂ ਕੈਨੇਡੀਅਨ ਸਰਕਾਰ ਨੇ LMIA ਦੀ ਮਿਆਦ ਵਧਾ ਕੇ 18 ਮਹੀਨੇ ਕਰਨ ਦਾ ਫੈਸਲਾ ਕੀਤਾ ਹੈ। ਕੋਵਿਡ-19 ਤੋਂ ਪਹਿਲਾਂ ਇਸ ਦੀ ਮਿਆਦ ਸਿਰਫ 9 ਮਹੀਨੇ ਸੀ। ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਮਾਲਕਾਂ ਨੂੰ ਸਹੀ ਕਾਮੇ ਲੱਭਣ ਵਿੱਚ ਕਾਫੀ ਮਦਦ ਮਿਲੇਗੀ। To answer your question, I think Canada maintains and will maintain the top position in the world when it comes to attracting talent from around the world to fill gaps in our labor force. But we need to continue to do more because from my perspective, it's not enough just to be the best in the world because we started out as the best in the world. We need to be the best that we can be. So we need to continue to grow our immigration levels. We need to continue to invest in the resources to have reduced processing time so we can send a clear message to the world that we want workers to come to Canada to create jobs in our community and put more Canadians to work. So it's a difficult and nuanced situation to manage. But when I look across the system, there's no question in my mind that Canada remains the best in the world when it comes to welcoming large numbers of newcomers for economic purposes to fill jobs in our communities. ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਵਜੋਂ ਕੰਮ ਕਰ ਰਹੇ ਲੋਕਾਂ ਨੇ ਵੀ ਇਹ ਆਖਿਆ ਕਿ 18 ਮਹੀਨੇ ਦੀ ਮਿਆਦ ਵਾਲੀ LMIA ਦੇ ਮਿਲਣ ਤੋਂ ਬਾਅਦ ਮਾਲਕਾਂ ਨੂੰ ਸਹੀ ਕਾਮਾ ਲੱਭਣ ਲਈ ਕਾਹਲੀ ਨਹੀਂ ਕਰਨੀ ਪਵੇਗੀ। ਭਾਰਤ ਸਮੇਤ ਹੋਰਨਾਂ ਦੇਸ਼ਾਂ ਲਈ ਵੀਜ਼ੇ ਨੂੰ ਪ੍ਰੋਸੈਸ ਕਰਨ ਵਿੱਚ ਕਾਫੀ ਸਮਾਂ ਲੱਗਦਾ ਹੈ ਅਤੇ ਨਵੇਂ ਨਿਯਮਾਂ ਨਾਲ ਬਿਜ਼ਨਸ ਕਰਨ ਵਾਲੇ ਵਿਅਕਤੀਆਂ ਦੀ LMIA ਵਿਅਰਥ ਨਹੀਂ ਜਾਵੇਗੀ। ਖੇਤੀਬਾੜੀ, ਮੱਛੀ ਉਦਯੋਗ ਸਮੇਤ ਹੋਰ ਖੇਤਰਾਂ ਜਿਨ੍ਹਾਂ ਨੂੰ ਸਾਲ ਵਿੱਚ ਕੁਝ ਸਮੇਂ ਲਈ ਕਾਮੇ ਚਾਹੀਦੇ ਹੁੰਦੇ ਹਨ, ਉਹਨਾਂ ਲਈ ਵੀ ਨਵੇਂ ਨਿਯਮ ਰਾਹਤ ਭਰੇ ਨੇ। ਇਹਨਾਂ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਲਈ LMIA ਦੀ ਮਿਆਦ 180 ਦਿਨਾਂ ਤੋਂ ਵਧਾ ਕੇ 270 ਦਿਨ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਵੱਡੀ ਗਿਣਤੀ 'ਚ ਕਾਮੇ ਖੇਤੀਬਾੜੀ ਵਿੱਚ ਕੰਮ ਕਰਨ ਲਈ ਮੈਕਸੀਕੋ ਸਮੇਤ ਹੋਰ ਲਾਗਲੇ ਦੇਸ਼ਾਂ ਤੋਂ ਆਉਂਦੇ ਨੇ। ਕਿਸਾਨਾਂ ਵੱਲੋਂ ਇਹਨਾਂ ਨਵੇਂ ਨਿਯਮਾਂ ਦਾ ਸਵਾਗਤ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਮੁੱਲ ਦੇ ਸੇਬ ਉਤਪਾਦਕਾਂ ਦਾ ਵੀ ਕਹਿਣਾ ਹੈ ਕਿ ਨਵੇਂ ਨਿਯਮਾਂ ਨਾਲ ਕਿਸਾਨਾਂ ਲਈ ਲਾਹੇਵੰਦ ਹੋਣਗੇ। ਉਹਨਾਂ ਇਹ ਵੀ ਆਖਿਆ ਕਿ ਬਹੁਤ ਸਾਰੇ ਕਾਮੇ ਹੋਰਨਾਂ ਦੇਸ਼ਾਂ ਤੋਂ ਖੇਤੀਬਾੜੀ ਦੇ ਕੰਮ ਕਰਨ ਲਈ ਕੈਨੇਡਾ ਆਉਂਦੇ ਹਨ ਅਤੇ ਇਹਨਾਂ ਨਿਯਮਾਂ ਵਿੱਚ ਬਦਲਾਵ ਨਾਲ ਖੇਤੀ ਸੈਕਟਰ ਵਿੱਚ ਕਾਮਿਆਂ ਦੀ ਘਾਟ ਪੂਰੀ ਹੋ ਸਕੇਗੀ। ਕੈਨੇਡਾ ਦੀ ਐਗਰੀਕਲਚਰ ਮਿਨਿਸਟਰ ਮੈਰੀ ਕਲੌਡ ਬੀਬੋ ਨੇ ਇਹ ਵੀ ਆਖਿਆ ਕਿ ਵਰਤਮਾਨ ਵਿੱਚ ਫੂਡ ਪ੍ਰੋਸੈਸਿੰਗ ਪਲਾਂਟਾਂ 'ਚ ਹਜ਼ਾਰਾਂ ਨੌਕਰੀਆਂ ਖਾਲੀ ਪਈਆਂ ਨੇ ਅਤੇ ਵਿਦੇਸ਼ੀ ਕਾਮਿਆਂ ਨੂੰ ਇਸ ਸਹੂਲਤ ਦੇ ਕੇ ਸਾਡਾ ਉਦੇਸ਼ ਖੇਤੀ ਸੈਕਟਰ ਵਿੱਚ ਉਤਪਾਦਕਾਂ ਦੀ ਮੰਗ ਨੂੰ ਪੂਰਾ ਕਰਨਾ ਹੈ। ਵਿਦੇਸ਼ਾਂ ਵਿੱਚ ਜਾ ਕੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਦੇ ਚਾਹਵਾਨਾਂ ਦੇ ਸੁਪਨਿਆਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਨੇ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਹੈ। ਸਰਕਾਰਾਂ ਵੱਲੋਂ ਦਿੱਤੀ ਜਾ ਰਹੀ ਰਾਹਤ ਦੇ ਚਲਦਿਆਂ ਹੁਣ ਵਿਦੇਸ਼ ਜਾਣ ਦਾ ਰਾਹ ਸੁਖਾਲਾ ਹੋ ਰਿਹਾ ਹੈ। ਇਸੇ ਦੇ ਚਲਦਿਆਂ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਇੱਕ ਹੋਰ ਅਹਿਮ ਖਬਰ ਸਾਹਮਣੇ ਆ ਰਹੀ ਹੈ। 30 ਅਪ੍ਰੈਲ 2022 ਨੂੰ ਇਮੀਗ੍ਰੇਸ਼ਨ, ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਸਾਰੀਆਂ ਸਥਾਈ ਨਿਵਾਸ ਅਰਜ਼ੀਆਂ ਲਈ ਫੀਸ ਵਧਾ ਰਿਹਾ ਹੈ, ਜਿਸ ਵਿੱਚ ਆਰਥਿਕ ਪਰਮਿਟ ਧਾਰਕ, ਪਰਿਵਾਰਕ ਅਤੇ ਹਿਊਮੈਨਿਟੇਰੀਅਨ ਵਰਕਰ ਸ਼ਾਮਲ ਹੋਣਗੇ। ਕੈਨੇਡਾ ਦੀ ਇਮੀਗ੍ਰੇਸ਼ਨ ਮਹਿੰਗੀ ਹੋ ਗਈ ਹੈ ਅਤੇ 30 ਅਪ੍ਰੈਲ ਤੋਂ PR ਦੀਆਂ ਅਰਜ਼ੀਆਂ ਦਾਖਲ ਕਰਨ ਵਾਲਿਆਂ ਨੂੰ ਵੱਧ ਫੀਸ ਅਦਾ ਕਰਨੀ ਹੋਵੇਗੀ। ਸਪਾਊਸ ਵੀਜ਼ਾ, ਮਾਪਿਆਂ ਤੇ ਗ੍ਰੈਂਡ ਪੇਰੈਂਟਸ ਦੀ ਸਪਾਂਸਰਸ਼ਿਪ ਅਤੇ ਲਿਵ ਇਨ ਕੇਅਰ ਗਿਵਰਸ ਨੂੰ ਵੀ ਵੱਧ ਫੀਸ ਅਦਾ ਕਰਨੀ ਪਵੇਗੀ। ਇਸ ਸੰਬੰਧੀ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ 2 ਸਾਲ ਪਹਿਲਾਂ ਫੀਸਾਂ ਵਿੱਚ ਵਾਧਾ ਕਰਦਿਆਂ ਕਿਹਾ ਗਿਆ ਸੀ ਕਿ ਮਹਿੰਗਾਈ ਦੇ ਹਿਸਾਬ ਨਾਲ ਹਰ 2 ਸਾਲ ਬਾਅਦ ਨਵੇਂ ਸਿਰੇ ਤੋਂ ਦਰਾਂ ਤੈਅ ਕੀਤੀਆਂ ਜਾਣਗੀਆਂ ਅਤੇ ਫੀਸ ਕੈਨੇਡੀਅਨ ਡਾਲਰਾਂ ਵਿੱਚ ਵਸੂਲ ਕੀਤੀ ਜਾਵੇਗੀ।
ਦੂਜੇ ਪਾਸੇ ਪਰਮਾਨੈਂਟ ਰੈਜ਼ੀਡੈਂਸ ਵਾਸਤੇ ਅਰਜ਼ੀਆਂ ਦਾਖਲ ਕਰਨ ਵਾਲਿਆਂ ਨੂੰ $515 ਵੱਖਰੇ ਤੌਰ ਤੇ ਦੇਣੇ ਹੋਣਗੇ, ਜਿਸ ਨੂੰ ਰਾਈਟ ਆਫ ਪਰਮਾਨੈਂਟ ਰੈਜ਼ੀਡੈਂਸ ਫੀਸ ਦਾ ਨਾਮ ਦਿੱਤਾ ਗਿਆ। ਇਹ ਫੀਸ ਅਰਜ਼ੀ ਦਾਖਲ ਕਰਨ ਵੇਲੇ ਜਾਂ PR ਦੀ ਪ੍ਰਵਾਨਗੀ ਮਿਲਣ ਤੇ ਭਰਨੀ ਹੁੰਦੀ ਹੈ ਅਤੇ ਅਰਜ਼ੀ ਰੱਦ ਹੋਣ ਦੀ ਸੂਰਤ ਵਿੱਚ ਵਾਪਸ ਕਰ ਦਿੱਤੀ ਜਾਂਦੀ ਹੈ। ਕਈ ਮਾਮਲਿਆਂ ਵਿੱਚ ਇਹ ਫੀਸ ਪਰਮਾਨੈਂਟ ਰੈਜ਼ੀਡੈਂਸ ਦਾ ਰੁਤਬਾ ਐਕਟੀਵੇਟ ਕਰਨ ਲਈ ਵੀ ਭਰੀ ਜਾਂਦੀ ਹੈ। ਪ੍ਰਿੰਸੀਪਲ ਐਪਲੀਕੈਂਟਸ ਤੇ ਨਿਰਭਰ ਬੱਚਿਆਂ ਜਾਂ ਸਪੈਂਸਰ ਨੂੰ ਰਾਈਟ ਆਫ ਪਰਮਾਨੈਂਟ ਰੈਜ਼ੀਡੈਂਸ ਫੀਸ ਤੋਂ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਗੋਦ ਲਏ ਬੱਚਿਆਂ ਦੀ ਸਪਾਂਸਰਸ਼ਿਪ ਅਰਜ਼ੀਆਂ, ਅਨਾਥ ਭੈਣ ਭਰਾ ਜਾਂ ਪੋਤੇ ਪੋਤੀਆਂ ਤੇ ਮਨੁੱਖੀ ਜਾਂ ਤਰਸ ਦੇ ਆਧਾਰ ਤੇ ਅਰਜ਼ੀ ਦਾਖਲ ਕਰਨ ਵਾਲਿਆਂ ਤੋਂ ਵੀ ਇਹ ਫੀਸ ਨਹੀਂ ਲਿੱਤੀ ਜਾਂਦੀ। ਇਮੀਗ੍ਰੇਸ਼ਨ ਫੀਸ ਵਾਧੇ ਦਾ ਜ਼ਿਕਰ ਕੀਤਾ ਜਾਵੇ ਤਾਂ ਫੈਡਰਲ ਹਾਈ ਸਕਿਲਡ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਅਤੇ ਕਿਊਬੈਕ ਸਕਿਲਡ ਵਰਕਰ ਪ੍ਰੋਗਰਾਮ ਅਧੀਨ PR ਮੰਗਣ ਵਾਲੇ ਪ੍ਰਿੰਸੀਪਲ ਐਪਲੀਕੈਂਟਸ ਨੂੰ $850 ਫੀਸ ਭਰਨੀ ਹੋਵੇਗੀ, ਜਦਕਿ ਹੁਣ ਤੱਕ $825 ਲਏ ਜਾ ਰਹੇ ਹਨ। ਮੁੱਖ ਬਿਨੇਕਾਰ ਦੇ ਜੀਵਨ ਸਾਥੀ ਜਾਂ ਕਾਮਨ ਲਾਅ ਪਾਰਟਨਰਸ ਵਾਸਤੇ ਵੀ $850 ਫੀਸ ਲਾਗੂ ਹੋਵੇਗੀ, ਜਦਕਿ ਨਿਰਭਰ ਬੱਚਿਆਂ ਦੇ ਮਾਮਲੇ ਵਿੱਚ $230 ਫੀਸ ਤੈਅ ਕੀਤੀ ਗਈ ਹੈ। ਲਿਵ ਇਨ ਕੇਅਰ ਗਿਵਰ ਦੇ ਮਾਮਲੇ 'ਚ ਫੀਸ ਵਧਾ ਕੇ $570 ਕਰ ਦਿੱਤੀ ਗਈ ਹੈ ਅਤੇ ਇੰਨੀ ਹੀ ਰਕਮ ਉਸਦੇ ਜੀਵਨ ਸਾਥੀ ਤੋਂ ਵੀ ਤੈਅ ਕੀਤੀ ਗਈ ਹੈ। ਲਿਵ ਇਨ ਕੇਅਰ ਗਿਵਰ ਦੇ ਮਾਮਲੇ ਵਿੱਚ ਫੀਸ ਵਧਾ ਕੇ $570 ਕਰ ਦਿੱਤੀ ਗਈ ਹੈ ਅਤੇ ਇੰਨੀ ਹੀ ਰਕਮ ਉਸਦੇ ਜੀਵਨ ਸਾਥੀ ਲਈ ਵੀ ਤੈਅ ਕੀਤੀ ਗਈ ਹੈ। ਨਿਰਭਰ ਬੱਚਿਆਂ ਦੇ ਮਾਮਲੇ ਵਿੱਚ $155 ਦੇਣੇ ਹੋਣਗੇ। ਸਪਾਊਸ ਵੀਜ਼ਾ, ਬੱਚਿਆਂ ਦਾ ਵੀਜ਼ਾ ਅਤੇ ਮਾਪਿਆਂ ਤੇ ਗ੍ਰੈਂਡ ਪੇਰੈਂਟਸ ਲਈ ਸਪਾਂਸਰਸ਼ਿਪ ਫੀਸ $75 ਕਰ ਦਿੱਤੀ ਗਈ ਹੈ, ਜਦਕਿ ਸਪੈਂਸਰ ਪ੍ਰਿੰਸੀਪਲ ਐਪਲੀਕੈਂਟਸ ਨੂੰ $490 ਫੀਸ ਅਦਾ ਕਰਨੀ ਹੋਵੇਗੀ। ਮਨੁੱਖਤਾ ਜਾਂ ਤਰਸ ਦੇ ਆਧਾਰ ਤੇ ਦਾਇਰ ਕੀਤੀਆਂ ਜਾਣ ਵਾਲੀਆਂ ਅਰਜ਼ੀਆਂ ਤਹਿਤ ਮੁੱਖ ਬਿਨੇਕਾਰ ਨੂੰ $570 ਅਦਾ ਕਰਨੇ ਹੋਣਗੇ, ਜਦਕਿ ਜੀਵਨ ਸਾਥੀ ਦੇ $570 ਵੱਖਰੇ ਲੱਗਣਗੇ। ਇਹਨਾਂ ਦੇ ਨਿਰਭਰ ਬੱਚਿਆਂ ਨੂੰ $155 ਫੀਸ ਤੈਅ ਕੀਤੀ ਗਈ ਹੈ। ਵੱਖ-ਵੱਖ ਪਰਮਿਟ ਦੇ ਮਾਮਲੇ ਵਿੱਚ $10 ਦੇ ਵਾਧੇ ਨਾਲ $335 ਫੀਸ ਅਦਾ ਕਰਨੀ ਹੋਵੇਗੀ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਕੈਨੇਡਾ ਦੇ ਅਲਬਰਟਾ ਸੂਬੇ 'ਚ ਵਸਦੇ ਸਿੱਖਾਂ ਲਈ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਹੁਣ ਉਹਨਾਂ ਨੂੰ ਨੌਕਰੀ ਦੌਰਾਨ ਦਾੜੀ ਰੱਖਣ ਦੀ ਛੋਟ ਮਿਲੇਗੀ। ਪਹਿਲਾਂ ਦਾੜੀ ਰੱਖਣ ਕਾਰਨ ਸਿੱਖ ਕਰੈਕਸ਼ਨਲ ਪੀਸ ਆਫਿਸਰ ਦੀ ਪੋਸਟ ਲਈ ਅਪਲਾਈ ਨਹੀਂ ਕਰ ਸਕਦੇ ਸੀ, ਪਰ ਹੁਣ ਇਸ ਅਹੁਦੇ ਲਈ ਅਪਲਾਈ ਕਰ ਸਕਦੇ ਨੇ, ਕਿਉਂਕਿ ਸੂਬਾ ਸਰਕਾਰ ਨੇ ਇਸ ਅਫਸਰ ਦੀ ਪੋਸਟ ਲਈ ਕਲੀਨ ਸ਼ੇਵ ਦੀ ਸ਼ਰਤ ਹਟਾ ਦਿੱਤੀ ਹੈ। ਕੈਨੇਡਾ ਦੇ ਸੂਬੇ ਅਲਬਰਟਾ 'ਚ ਵਸਦੇ ਸਿੱਖਾਂ ਨੂੰ ਹੁਣ ਨੌਕਰੀ ਦੇ ਦੌਰਾਨ ਦਾੜੀ ਰੱਖਣ ਦੀ ਛੋਟ ਮਿਲ ਗਈ ਹੈ, ਜਿਸ ਤੋਂ ਬਾਅਦ ਹੁਣ ਸਿੱਖ ਕਰੈਕਸ਼ਨਲ ਪੀਸ ਅਫਸਰ ਦੀ ਪੋਸਟ ਲਈ ਅਪਲਾਈ ਕਰ ਸਕਣਗੇ, ਕਿਉਂਕਿ ਸੂਬਾ ਸਰਕਾਰ ਨੇ ਇਸ ਅਫਸਰ ਦੀ ਪੋਸਟ ਲਈ ਕਲੀਨ ਸ਼ੇਵ ਦੀ ਸ਼ਰਤ ਹਟਾ ਦਿੱਤੀ ਹੈ। ਅਲਬਰਟਾ ਸੂਬਾ ਸਰਕਾਰ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਹੁਣ ਦਾੜੀ ਰੱਖਣ ਵਾਲੇ ਲੋਕਾਂ ਨੂੰ ਵੀ ਕਰੈਕਸ਼ਨਲ ਪੀਸ ਅਫਸਰਾਂ ਦੀ ਪੋਸਟ ਲਈ ਅਪਲਾਈ ਕਰ ਸਕਦੇ ਨੇ। ਇਸ ਤੋਂ ਪਹਿਲਾਂ ਇਸ ਅਹੁਦੇ ਲਈ ਸਿਰਫ ਕਲੀਨ ਸ਼ੇਵ ਲੋਕ ਹੀ ਅਪਲਾਈ ਕਰ ਸਕਦੇ ਸੀ, ਜਿਸ ਕਾਰਨ ਸਿੱਖ ਭਾਈਚਾਰਾ ਇਸ ਅਹੁਦੇ ਲਈ ਅਪਲਾਈ ਨਹੀਂ ਕਰ ਸਕਦਾ ਸੀ, ਪਰ ਹੁਣ ਕਲੀਨ ਸ਼ੇਵ ਦੀ ਸ਼ਰਤ ਹਟ ਗਈ ਹੈ। ਅਲਬਰਟਾ ਸਰਕਾਰ ਦੇ ਇਸ ਫੈਸਲੇ ਤੇ ਕੈਲਗਰੀ ਫੈਲਕਨ ਰਿਜ ਤੋਂ ਪੰਜਾਬੀ ਵਿਧਾਇਕ ਦਵਿੰਦਰ ਸਿੰਘ ਤੂਰ ਨੇ ਖੁਸ਼ੀ ਜ਼ਾਹਰ ਕੀਤੀ ਹੈ। ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਦੇ ਬਹੁਤ ਸਾਰੇ ਲੋਕ ਪਹਿਲਾਂ ਕਰੈਕਸ਼ਨਲ ਪੀਸ ਅਫਸਰ ਦੇ ਅਹੁਦੇ ਤੇ ਸੇਵਾਵਾਂ ਨਿਭਾਉਣ ਦੀ ਇੱਛਾ ਰੱਖਦੇ ਸਨ, ਪਰ ਕਰੈਕਸ਼ਨਲ ਦੀ ਸ਼ਰਤ ਦੇ ਕਾਰਨ ਉਹ ਇਸ ਦੇ ਲਈ ਅਪਲਾਈ ਨਹੀਂ ਕਰ ਸਕਦੇ ਸੀ, ਪਰ ਹੁਣ ਉਹ ਆਪਣੇ ਸੁਪਨੇ ਪੂਰੇ ਕਰ ਸਕਣਗੇ। ਉਧਰ ਵਰਲਡ ਆਰਗੇਨਾਈਜੇਸ਼ਨ ਆਫ ਕੈਨੇਡਾ ਦੀ ਅਲਬਰਟਾ ਇਕਾਈ ਦੇ ਮੀਤ ਪ੍ਰਧਾਨ ਹਰਮਨ ਕੰਡੋਲਾ ਨੇ ਵੀ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਦੱਸ ਦੇਈਏ ਕਿ ਕਰੈਕਸ਼ਨਲ ਪੀਸ ਅਫਸਰਾਂ ਦੀ ਪੋਸਟ ਲਈ ਅਲਬਰਟਾ ਸਰਕਾਰ ਵੱਲੋਂ ਜਿਹੜਾ ਮਾਸਕ ਪਹਿਲਾਂ ਇਹਨਾਂ ਅਫਸਰਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਸੀ, ਉਹ ਦਾੜੀ ਰੱਖਣ ਵਾਲਿਆਂ ਦੇ ਲਈ ਫਿੱਟ ਨਹੀਂ ਬੈਠਦਾ ਸੀ, ਪਰ ਹੁਣ ਨਵਾਂ ਮਾਸਕ ਉਪਲਬਧ ਕਰਵਾਇਆ ਜਾ ਰਿਹਾ ਹੈ, ਜੋ ਕਿ ਦਾੜੀ ਰੱਖਣ ਵਾਲਿਆਂ ਲਈ ਸਹੀ ਹੋਵੇਗਾ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਕੋਵਿਡ-19 ਦੇ ਓਮਿਕਰੌਨ ਵੇਰੀਐਂਟ ਦੇ ਪ੍ਰਸਾਰ ਕਾਰਨ ਜਿੱਥੇ ਜਨਵਰੀ ਵਿੱਚ ਕੈਨੇਡੀਅਨ ਅਰਥਚਾਰੇ ਨੇ 2 ਲੱਖ ਨੌਕਰੀਆਂ ਗਵਾ ਦਿੱਤੀਆਂ ਸੀ, ਉੱਥੇ ਹੀ ਫਰਵਰੀ ਮਹੀਨੇ 'ਚ ਕੈਨੇਡੀਅਨ ਅਰਥਚਾਰੇ ਵਿੱਚ ਸੁਧਾਰ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ 3,37,000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ ਨੇ। ਇਸੇ ਲੜੀ ਦੇ ਚੱਲਦਿਆਂ ਹੁਣ ਹੋ ਰਹੇ ਮਾਰਚ ਦੇ ਅੰਕੜੇ ਆਏ ਨੇ। ਆਓ ਮਾਰਦੇ ਹਾਂ ਨਜ਼ਰ ਮਾਰਚ ਦੇ ਅੰਕੜਿਆਂ ਤੇ। ਕੋਰੋਨਾ ਦੇ ਕਹਿਰ ਨੇ ਦੁਨੀਆ ਭਰ ਵਿੱਚ ਤਬਾਹੀ ਮਚਾ ਦਿੱਤੀ ਸੀ। ਬੇਸ਼ੱਕ ਕੈਨੇਡਾ ਕੋਰੋਨਾ ਦੀ ਜੰਗ ਵਿੱਚੋਂ ਉੱਭਰਿਆ ਹੈ, ਪਰ ਇੱਥੋਂ ਦੀ ਆਰਥਿਕਤਾ ਨੂੰ ਵੀ ਵੱਡੀ ਢਾਹ ਲੱਗੀ ਹੈ। ਓਮਿਕਰੌਨ ਕਾਰਨ ਮੁਲਕ ਭਰ ਵਿੱਚ ਨੌਕਰੀਆਂ ਦਾ ਜੋ ਨੁਕਸਾਨ ਹੋਇਆ ਸੀ, ਹੁਣ ਉਸ ਦੀ ਸਿਰਫ ਭਰਪਾਈ ਹੀ ਨਹੀਂ ਹੋ ਰਹੀ, ਸਗੋਂ ਮੁਲਕ ਦੀ ਬੇਰੁਜ਼ਗਾਰੀ ਦਰ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਵੀ ਨੀਚੇ ਜਾ ਰਹੀ ਹੈ। ਸਟੈਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ ਪਿਛਲੇ ਮਹੀਨੇ ਕੈਨੇਡਾ ਦੇ ਅਰਥਚਾਰੇ ਵਿੱਚ 73,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਭਾਵੇਂ ਇਹ ਅਰਥ ਸ਼ਾਸਤਰੀਆਂ ਦੇ ਅਨੁਮਾਨ ਤੋਂ ਘੱਟ ਹੈ, ਪਰ ਮੁਲਕ ਦੀ ਬੇਰੁਜ਼ਗਾਰੀ ਦਰ ਨੂੰ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੇ ਲਿਆਉਣ ਲਈ ਕਾਫੀ ਰਿਹਾ ਹੈ।
ਮਾਰਚ ਮਹੀਨੇ ਕੈਨੇਡਾ ਦੀ ਬੇਰੁਜ਼ਗਾਰੀ ਦਰ 5.3% ਦਰਜ ਕੀਤੀ ਗਈ ਸੀ, ਜੋ ਕਿ 1974 ਤੋਂ ਬਾਅਦ ਦਰਜ ਹੋਣ ਵਾਲੀ ਸਭ ਤੋਂ ਘੱਟ ਬੇਰੁਜ਼ਗਾਰ ਦੀ ਦਰ ਹੈ। ਸਟੈਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ ਮਾਲ ਉਤਪਾਦਕ ਇੰਡਸਟਰੀਆਂ ਅਤੇ ਸਰਵਿਸ ਸੈਕਟਰ ਦੋਵਾਂ ਵਿੱਚ ਹੀ ਨੌਕਰੀਆਂ ਵਿੱਚ ਇਜ਼ਾਫਾ ਹੋਇਆ ਹੈ। ਸਭ ਤੋਂ ਜ਼ਿਆਦਾ ਵਾਧਾ ਓਨਟਾਰੀਓ ਤੇ ਕਿਊਬਿਕ ਵਿੱਚ ਦਰਜ ਹੋਇਆ ਹੈ। ਕਿਊਬਿਕ ਵਿੱਚ 27,000 ਅਤੇ ਓਨਟਾਰੀਓ ਵਿੱਚ 35,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਨੇ। ਮੌਜੂਦਾ ਬੇਰੁਜ਼ਗਾਰੀ ਦਰ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਨਾਲੋਂ ਵੀ ਨੀਚੇ ਪਹੁੰਚ ਗਈ ਹੈ। ਮਈ 2019 ਵਿੱਚ ਬੇਰੁਜ਼ਗਾਰੀ ਦਰ 5.4% ਦਰਜ ਕੀਤੀ ਗਈ ਸੀ। ਫਰਵਰੀ ਵਿੱਚ ਬੇਰੁਜ਼ਗਾਰੀ ਦਰ 5.3% ਸੀ। ਅੰਕੜਿਆਂ ਮੁਤਾਬਕ ਕੈਨੇਡਾ ਵਿੱਚ ਰੋਜ਼ਗਾਰ ਦਰ ਆਬਾਦੀ ਦੀ ਦਰ ਨਾਲੋਂ ਜ਼ਿਆਦਾ ਵਧ ਰਹੀ ਹੈ। ਸਤੰਬਰ 2021 ਤੋਂ ਹੁਣ ਤੱਕ ਕੈਨੇਡਾ ਵਿੱਚ 4,63,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ, ਜਦਕਿ ਨੌਕਰੀ ਕਰਨ ਵਾਲੀ ਉਮਰ ਦੀ ਆਬਾਦੀ ਵਿੱਚ 2,63,000 ਦਾ ਵਾਧਾ ਹੋਇਆ ਹੈ। ਦੂਜੀ ओर ਪੰਜਾਬੀਆਂ ਸਣੇ ਲੱਖਾਂ ਲੋਕਾਂ ਨੂੰ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਲਈ ਤਰਸ ਰਹੇ ਨੇ। PR ਮਿਲਣ ਤੇ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਉਹਨਾਂ ਨੂੰ ਕੋਈ ਹੁੰਗਾਰਾ ਨਹੀਂ ਮਿਲ ਰਿਹਾ। ਪਹਿਲਾਂ ਜਿਹੜੀ ਪ੍ਰਕਿਰਿਆ 'ਚ 2 ਤੋਂ 4 ਮਹੀਨੇ ਦਾ ਸਮਾਂ ਲੱਗਦਾ ਸੀ, ਉੱਥੇ ਹੁਣ 2-2 ਸਾਲ ਲੱਗ ਰਹੇ ਨੇ। ਕੈਨੇਡਾ ਵਿੱਚ ਕਈ ਸਾਲ ਬਿਤਾਉਣ ਤੇ ਪਰਮਾਨੈਂਟ ਰੈਜ਼ੀਡੈਂਸੀ ਮਿਲਣ ਤੋਂ ਬਾਅਦ ਵੀ ਲੱਖਾਂ ਲੋਕਾਂ ਨੂੰ ਦੇਸ਼ ਦੀ ਨਾਗਰਿਕਤਾ ਨਹੀਂ ਮਿਲ ਰਹੀ। ਦਰਅਸਲ ਕੋਰੋਨਾ ਮਹਾਮਾਰੀ ਤੋਂ ਲੈ ਕੇ ਦੁਨੀਆ ਭਰ ਵਿੱਚ ਕਈ ਰਿਫਿਊਜੀ ਸੰਕਟਾਂ ਤੱਕ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਕਾਫੀ ਜ਼ਿਆਦਾ ਬੈਕਲੌਗ ਇਕੱਠਾ ਹੋ ਗਿਆ। ਇਸ ਦੀ ਵਜ੍ਹਾ ਤੋਂ ਇਹ ਪ੍ਰਕਿਰਿਆ 2 ਸਾਲ ਪਿੱਛੇ ਚੱਲ ਰਹੀ ਹੈ। ਲੋਕਾਂ ਨੂੰ ਅਰਜ਼ੀ ਦੇਣ ਸਣੇ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਬਾਅਦ ਵੀ ਸਿਟੀਜ਼ਨਸ਼ਿਪ ਦੀ ਸਹੁੰ ਚੁੱਕਣ ਲਈ 2 ਸਾਲ ਤੋਂ ਵੱਧ ਦਾ ਸਮਾਂ ਉਡੀਕ ਕਰਨੀ ਪੈ ਰਹੀ ਹੈ। ਕੋਰੋਨਾ ਤੋਂ ਪਹਿਲਾਂ ਇਸ ਪ੍ਰਕਿਰਿਆ ਵਿੱਚ 2 ਤੋਂ 4 ਮਹੀਨੇ ਦਾ ਹੀ ਸਮਾਂ ਲੱਗਦਾ ਸੀ। ਅਜਿਹੇ ਲੋਕਾਂ ਦੀ ਗਿਣਤੀ ਲੱਖਾਂ ਵਿੱਚ ਹੈ ਜੋ ਸਾਲਾਂ ਤੋਂ ਆਪਣੀ ਸਿਟੀਜ਼ਨਸ਼ਿਪ ਅਰਜ਼ੀਆਂ ਨੂੰ ਮਨਜ਼ੂਰੀ ਮਿਲਣ ਦੀ ਉਡੀਕ ਕਰ ਰਹੇ ਹਨ, ਪਰ ਹੁਣ ਤੱਕ ਉਹਨਾਂ ਦੇ ਹੱਥ ਵਿੱਚ ਕੈਨੇਡਾ ਦਾ ਪਾਸਪੋਰਟ ਨਹੀਂ ਆਇਆ। ਕੈਨੇਡਾ ਦੀ ਸਿਟੀਜ਼ਨਸ਼ਿਪ ਲਈ ਇਸ ਵੇਲੇ 4.5 ਲੱਖ ਤੋਂ ਵੱਧ ਪ੍ਰਵਾਸੀ ਉਡੀਕ ਕਰ ਰਹੇ ਨੇ, ਜਿਨ੍ਹਾਂ ਵਿੱਚ 50,000 ਤੋਂ ਵੱਧ ਪੰਜਾਬੀ ਸ਼ਾਮਿਲ ਨੇ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਕੈਨੇਡਾ ਮਗਰੋਂ ਅਮਰੀਕਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ 2021 'ਚ 12% ਤੋਂ ਵੱਧ ਦਾ ਵਾਧਾ ਦੇਖਣ ਨੂੰ ਮਿਲਿਆ। ਇਸੇ ਸਭ ਦੇ ਚੱਲਦੇ ਅਮਰੀਕਾ ਵਿੱਚ ਆਪਣੀ ਪਾਸਪੋਰਟ ਪ੍ਰਣਾਲੀ ਨੂੰ ਵੀ ਬਦਲਾਵ ਕਰ ਰਿਹਾ ਹੈ। ਇੱਕ ਇਤਿਹਾਸਕ ਵਿਕਾਸ 'ਚ ਪਾਸਪੋਰਟ ਲਈ ਅਰਜ਼ੀ ਦੇਣ ਵਾਲੇ US ਨਾਗਰਿਕ ਹੁਣ ਪਹਿਲਾਂ ਤੋਂ ਉਪਲਬਧ F ਅਤੇ M ਵਿਕਲਪਾਂ ਤੋਂ ਇਲਾਵਾ ਆਪਣੀਆਂ ਅਰਜ਼ੀਆਂ ਤੇ ਲਿੰਕ X ਵਿਕਲਪ ਦੀ ਚੋਣ ਕਰ ਸਕਦੇ ਨੇ। ਅਮਰੀਕਾ ਵਿੱਚ ਨਵੇਂ ਬਣਨ ਵਾਲੇ ਪਾਸਪੋਰਟ ਮੇਲ ਫੀਮੇਲ ਦੇ ਝੰਜਟ ਤੋਂ ਮੁਕਤ ਹੋਣਗੇ ਅਤੇ ਇਹਨਾਂ ਵਿੱਚ ਲਿੰਗ ਦੀ ਪਹਿਚਾਣ ਵਾਲੀ ਜਗ੍ਹਾ ਤੇ X ਲਿਖਿਆ ਜਾਵੇਗਾ। 11 ਅਪ੍ਰੈਲ ਤੋਂ ਸ਼ੁਰੂ ਹੋਈ ਪ੍ਰਕਿਰਿਆ ਤਹਿਤ ਅਮਰੀਕਨ ਨਾਗਰਿਕ ਆਪਣੀ ਮਰਜ਼ੀ ਮੁਤਾਬਕ ਇਹ ਸਹੂਲਤ ਲੈ ਸਕਦੇ ਹਨ। ਵਿਦੇਸ਼ ਵਿਭਾਗ ਨੇ ਪਿਛਲੇ ਸਾਲ ਕੋਲੋਰਾਡੋ ਦੇ ਇੱਕ ਟਰਾਂਸਜੈਂਡਰ ਵੱਲੋਂ ਦਾਇਰ ਮੁਕੱਦਮੇ ਮਗਰੋਂ ਬਗੈਰ ਲਿੰਗ ਦੀ ਪਹਿਚਾਣ ਵਾਲੇ ਪਾਸਪੋਰਟ ਬਣਾਉਣ ਦਾ ਐਲਾਨ ਕੀਤਾ ਸੀ ਅਤੇ ਇਹ ਤਬਦੀਲੀ ਹੁਣ ਲਾਗੂ ਹੋ ਗਈ ਹੈ। ਹੁਣ ਅਮਰੀਕਨ ਨਾਗਰਿਕ ਚਾਹੁਣ ਤਾਂ ਆਪਣੇ ਪਾਸਪੋਰਟ ਦੇ ਸਕਦੇ ਨੇ ਅਤੇ ਜੇ ਨਾ ਚਾਹੁਣ ਤਾਂ ਉਹ ਮੇਲ ਫੀਮੇਲ ਵਾਲੀ ਜਗ੍ਹਾ ਤੇ X ਲਿਖਵਾ ਸਕਦੇ ਨੇ। ਅਮਰੀਕਾ ਦਾ ਵਿਦੇਸ਼ ਵਿਭਾਗ ਪਹਿਲੀ ਫੈਡਰਲ ਏਜੰਸੀ ਬਣ ਗਿਆ ਹੈ ਜਿਸ ਵੱਲੋਂ ਜਾਰੀ ਦਸਤਾਵੇਜ਼ਾਂ ਵਿੱਚ ਲਿੰਗ ਦੀ ਪਹਿਚਾਣ ਜ਼ਾਹਰ ਨਹੀਂ ਕੀਤੀ ਜਾਵੇਗੀ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਵੱਲੋਂ ਸਮਲਿੰਗੀ ਸਮਾਜ ਨਾਲ ਗੱਲਬਾਤ ਕਰਨ ਮਗਰੋਂ ਮੁਹੱਈਆ ਅੰਕੜਿਆਂ ਦੇ ਮੁਤਾਬਕ ਮੁਲਕ ਦੇ ਆਮ ਲੋਕਾਂ ਤੋਂ ਮਿਲੀ ਰਾਏ ਅਤੇ ਭਾਈਵਾਲ ਮੁਲਕਾਂ ਨਾਲ ਵਿਚਾਰ ਵਟਾਂਦਰੇ ਦੇ ਆਧਾਰ ਤੇ ਵਿਦੇਸ਼ ਵਿਭਾਗ ਜੈਂਡਰ X ਵਾਲੇ ਪਾਸਪੋਰਟ ਜਾਰੀ ਕਰਨ ਲਈ ਸਹਿਮਤ ਹੋ ਗਿਆ। ਪਾਸਪੋਰਟ ਤੋਂ ਬਾਅਦ ਅਮਰੀਕਨ ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਹੋਰਨਾਂ ਸਰਕਾਰੀ ਦਸਤਾਵੇਜ਼ਾਂ ਵਿੱਚ ਵੀ ਅਗਲੇ ਸਾਲ ਤੋਂ ਜੈਂਡਰ ਦੀ ਥਾਂ X ਲਿਖਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਪਾਸਪੋਰਟ ਤੋਂ ਮੇਲ ਫੀਮੇਲ ਦਾ ਖਾਨਾ ਹਟਵਾਉਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਡਾਨਾ ਜ਼ਿਮ ਨੇ ਕਿਹਾ ਕਿ ਸਾਰੇ ਇੰਟਰਸੈਕਸ ਅਤੇ ਨਾਨ ਬਾਈਨਰੀ ਲੋਕਾਂ ਵਾਸਤੇ ਇਹ ਨਵੇਂ ਪੜਾਅ ਦੀ ਸ਼ੁਰੂਆਤ ਹੈ। ਹੁਣ ਆਪਣੇ ਪਾਸਪੋਰਟ ਤੇ ਸਾਨੂੰ ਝੂਠੀ ਜਾਣਕਾਰੀ ਦਰਜ ਨਹੀਂ ਕਰਾਉਣੀ ਪਵੇਗੀ। ਅਦਾਲਤੀ ਮੁਕੱਦਮੇ ਦੌਰਾਨ ਡਾਨਾ ਜ਼ਿਮ ਨੇ ਨੁਮਾਇੰਦਗੀ ਕਰਨ ਵਾਲੇ ਲਾਅ ਫਰਮ ਨੇ ਦੱਸਿਆ ਕਿ ਜੈਂਡਰ X ਵਾਲਾ ਪਹਿਲਾ ਪਾਸਪੋਰਟ ਬੀਤੇ ਦਸੰਬਰ ਮਹੀਨੇ ਦੌਰਾਨ ਜਾਰੀ ਕੀਤਾ ਗਿਆ, ਜਦਕਿ ਰਸਮੀ ਤੌਰ ਤੇ ਅਰਜ਼ੀਆਂ ਲੈਣ ਦਾ ਸਿਲਸਿਲਾ 11 ਅਪ੍ਰੈਲ ਤੋਂ ਸ਼ੁਰੂ ਹੋ ਚੁੱਕਿਆ ਹੈ। ਦੱਸ ਦੇਈਏ ਕਿ ਅਮਰੀਕਾ ਤੋਂ ਪਹਿਲਾਂ ਕੈਨੇਡਾ, ਆਸਟ੍ਰੇਲੀਆ, ਭਾਰਤ, ਮਾਲਟਾ, ਨੇਪਾਲ ਅਤੇ ਨਿਊਜ਼ੀਲੈਂਡ ਵਿੱਚ ਬਗੈਰ ਮੇਲ ਫੀਮੇਲ ਦਾ ਜ਼ਿਕਰ ਕੀਤਿਆਂ ਪਾਸਪੋਰਟ ਜਾਰੀ ਕੀਤੇ ਜਾ ਰਹੇ ਹਨ। Hi, my name is Rena Bitter, and I'm the Assistant Secretary of State for Consular Affairs. I am pleased to announce that as of today, U.S. citizens can now request an X gender marker on their U.S. passports. No special documentation is required. You simply select your gender on the application form, even if it does not match the gender on your birth certificate or other documents. Information on how to apply can be found on our website. I am very proud that the Department of State will be the first federal government agency to offer the X gender marker on an identity document. Throughout this process, we have solicited feedback
from the LGBTQI+ community and the broader public, and updated our advice for LGBTQI+ travelers on our website. The Department of State is committed to promoting the freedom, dignity, and equality of all people, including transgender, non-binary, and gender non-conforming persons around the world. ਦੂਜੀ ओर ਅਮਰੀਕਾ ਵਿੱਚ ਹਵਾਈ ਕਿਰਾਇਆ ਵਧ ਰਿਹਾ ਹੈ, ਜਿਸ ਨਾਲ ਲੋਕ ਪਰੇਸ਼ਾਨ ਨੇ। ਹਵਾਈ ਕਿਰਾਏ ਵਿੱਚ ਵਾਧਾ ਇਸ ਲਈ ਹੋਇਆ ਕਿਉਂਕਿ ਇੰਧਣ ਦੀਆਂ ਉੱਚੀਆਂ ਕੀਮਤਾਂ ਅਤੇ ਜ਼ਿਆਦਾਤਰ ਯਾਤਰਾ ਦੀ ਮੰਗ ਉਡਾਨਾਂ ਦੀ ਲਾਗਤ ਨੂੰ ਵਧਾਉਂਦੀ ਹੈ। ਅਡੋਬ ਡਿਜੀਟਲ ਇਕਨੋਮੀ ਇੰਡੈਕਸ ਦੇ ਅੰਕੜਿਆਂ ਦੇ ਮੁਤਾਬਕ ਖਪਤਕਾਰਾਂ ਨੇ ਪਿਛਲੇ ਮਹੀਨੇ ਘਰੇਲੂ US ਏਅਰਲਾਈਨ ਦੀਆਂ ਟਿਕਟਾਂ ਤੇ $8.8 ਬਿਲੀਅਨ ਖਰਚ ਕੀਤੇ ਨੇ, ਜੋ ਕਿ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਮਾਰਚ 2019 ਦੀ ਤੁਲਨਾ ਵਿੱਚ 28% ਵੱਧ ਗਿਆ, ਜਦਕਿ ਕਿਰਾਏ ਵਿੱਚ 20% ਦਾ ਵਾਧਾ ਹੋਇਆ। ਬੁਕਿੰਗ ਸਿਰਫ 12% ਹੀ ਵਧੀ ਹੈ। ਵਧੇ ਕਿਰਾਏ ਮਹਿੰਗਾਈ ਦੀਆਂ ਤਾਜ਼ਾ ਉਦਾਹਰਣਾਂ ਵਿੱਚੋਂ ਇੱਕ ਨੇ, ਜੋ ਗੈਸ ਸਟੇਸ਼ਨਾਂ, ਸੁਪਰਮਾਰਕੀਟਾਂ ਅਤੇ ਹਾਊਸਿੰਗ ਮਾਰਕੀਟ ਵਿੱਚ ਖਪਤਕਾਰਾਂ ਨੂੰ ਮਾਰ ਰਹੀ ਹੈ। ਏਅਰਲਾਈਨ ਦੇ ਅਧਿਕਾਰੀਆਂ ਨੂੰ ਭਰੋਸਾ ਹੈ ਕਿ ਉਹ ਯਾਤਰੀਆਂ ਨੂੰ ਜੈਟ ਇੰਧਣ ਵਿੱਚ ਭਾਰੀ ਵਾਧੇ ਦੇ ਨਾਲ ਪਾਸ ਕਰ ਸਕਦੇ ਹਨ, ਜੋ ਹੁਣ ਤੱਕ 2 ਸਾਲ ਦੀ ਕੋਵਿਡ ਲਾਕਡਾਊਨ ਤੋਂ ਬਾਅਦ ਯਾਤਰਾ ਲਈ ਵਧੇਰੇ ਖਰਚ ਕਰਨ ਲਈ ਤਿਆਰ ਦਿਖਾਈ ਦੇ ਰਹੇ ਨੇ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਇਸ ਦੇ ਨਾਲ ਹੀ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਹੀ ਦਰਸ਼ਕਾਂ ਦਾ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ 21 ਮਈ ਨੂੰ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਚੋਣਾਂ ਚੀਨ ਦੇ ਆਰਥਿਕ ਦਬਾਅ, ਜਲਵਾਯੂ ਪਰਿਵਰਤਨ ਅਤੇ ਕੋਵਿਡ ਸਮੇਤ ਕਈ ਹੋਰ ਮੁੱਦਿਆਂ ਤੇ ਲੜੀਆਂ ਜਾਣਗੀਆਂ। ਮੋਰਿਸਨ ਦੀ ਅਗਵਾਈ ਵਾਲਾ ਸੱਤਾਧਾਰੀ ਕੰਜ਼ਰਵੇਟਿਵ ਗਠਬੰਧਨ ਚੌਥੀ ਵਾਰ 3 ਸਾਲ ਦਾ ਕਾਰਜਕਾਲ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਜੁਟਿਆ ਹੋਇਆ। ਉਹਨਾਂ ਵੋਟਰਾਂ ਨੂੰ ਅਜਿਹੀ ਸਰਕਾਰ ਦੇ ਨਾਲ ਬਣੇ ਰਹਿਣ ਦੀ ਅਪੀਲ ਕੀਤੀ ਹੈ ਜਿਸ ਦੇ ਸ਼ਾਸਨ ਦੇ ਤਹਿਤ ਕਿਸੇ ਵੀ ਆਧੁਨਿਕ ਅਰਥ ਵਿਵਸਥਾ ਦੇ ਮੁਕਾਬਲੇ ਮਹਾਮਾਰੀ ਨਾਲ ਸਭ ਤੋਂ ਘੱਟ ਮੌਤਾਂ ਹੋਈਆਂ ਨੇ। ਮੋਰਿਸਨ ਨੇ ਕਿਹਾ ਕਿ ਇਹ ਚੋਣਾਂ ਅਜਿਹੀਆਂ ਸਰਕਾਰ ਦੀ ਚੋਣ ਲਈ ਨੇ ਜਿਸ ਨੂੰ ਤੁਸੀਂ ਜਾਣਦੇ ਹੋ ਅਤੇ ਤੁਹਾਡੇ ਲਈ ਕੰਮ ਕਰ ਰਹੀ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਫੈਡਰਲ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਅਤੇ ਹੁਣ ਵੋਟਾਂ ਲਈ ਇਹ ਦਿਨ ਅਗਲੇ ਮਹੀਨੇ ਯਾਨੀ ਕਿ ਮਈ 2022 ਦੀ 21 ਤਾਰੀਖ ਨੂੰ ਤੈਅ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦੇ ਸਾਹਮਣੇ ਇਸ ਸਮੇਂ ਐਂਥਨੀ ਐਲਬਨੀਜ਼ ਮੁੱਖ ਵਿਰੋਧੀ ਦਾਅਵੇਦਾਰ ਦੇ ਤੌਰ ਤੇ ਖੜੇ ਦਿਖਾਈ ਦਿੰਦੇ ਹਨ। ਸਾਲ 2019 ਦੀਆਂ ਚੋਣਾਂ ਦੌਰਾਨ ਹਾਊਸ ਆਫ ਰੈਪਰੈਜ਼ੈਂਟੇਟਿਵਜ਼ ਵਿੱਚ ਬਹੁਤ ਹੀ ਥੋੜੇ ਮਾਰਜਨ ਨਾਲ ਮੋਰਿਸਨ ਸਰਕਾਰ ਸੱਤਾ ਵਿੱਚ ਆਈ ਸੀ। ਆਸਟ੍ਰੇਲੀਆਈ ਸਦਨ ਦੀਆਂ ਕੁੱਲ ਮਿਲਾ ਕੇ 151 ਸੀਟਾਂ ਵਿੱਚੋਂ ਇਸ ਸਮੇਂ ਮੋਰਿਸਨ ਸਰਕਾਰ ਦੀਆਂ 76 ਸੀਟਾਂ ਹਨ। ਇਸ ਦੇ ਨਾਲ ਹੀ ਲੇਬਰ ਪਾਰਟੀ ਕੋਲ ਵੀ 68 ਸੀਟਾਂ ਨੇ। 7 ਕ੍ਰਾਸ ਬੈਂਚਰ ਹਨ, ਜਿਨ੍ਹਾਂ ਵਿੱਚੋਂ 3 ਆਜ਼ਾਦ ਉਮੀਦਵਾਰ ਨੇ। ਗ੍ਰੀਨ ਅਤੇ ਕੈਟਰ ਆਸਟ੍ਰੇਲੀਆ ਪਾਰਟੀ ਵਿੱਚੋਂ 21 ਉਮੀਦਵਾਰ ਹਨ ਅਤੇ ਇਸ ਤਰ੍ਹਾਂ ਹੀ ਯੂਨਾਈਟਿਡ ਆਸਟ੍ਰੇਲੀਆ ਪਾਰਟੀ ਅਤੇ ਸੈਂਟਰ ਅਲਾਇੰਸ ਵਿੱਚੋਂ ਵੀ 21 ਉਮੀਦਵਾਰ ਨੇ। 2019 ਵਿੱਚ ਜਦੋਂ ਪਿਛਲੀ ਵਾਰ ਚੋਣਾਂ ਹੋਈਆਂ ਸਨ ਤਾਂ ਆਸਟ੍ਰੇਲੀਆ ਸਖਤ ਗਰਮੀ ਅਤੇ ਸੋਕੇ ਦਾ ਸਾਹਮਣਾ ਕਰ ਰਿਹਾ ਸੀ। ਉਸ ਸਾਲ ਦਾ ਅੰਤ ਆਸਟ੍ਰੇਲੀਆ ਦੇ ਦੱਖਣ ਪੂਰਬੀ ਜੰਗਲਾਂ ਵਿੱਚ ਭਿਆਨਕ ਅੱਗ ਨਾਲ ਹੋਇਆ, ਜਿਸ ਵਿੱਚ ਘੱਟੋ-ਘੱਟ 33 ਲੋਕ ਝੁਲਸ ਗਏ, ਜਦੋਂ ਕਿ ਧੂਏ ਕਾਰਨ 400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਮੋਰਿਸਨ ਦੀ ਉਸ ਸਮੇਂ ਹਵਾਈ ਵਿੱਚ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਲਈ ਆਲੋਚਨਾ ਵੀ ਕੀਤੀ ਗਈ ਸੀ, ਕਿਉਂਕਿ ਉਹਨਾਂ ਦਾ ਜੱਦੀ ਸ਼ਹਿਰ ਸਿਡਨੀ ਜ਼ਹਿਰੀਲੇ ਧੂਏ ਨਾਲ ਪ੍ਰਭਾਵਿਤ ਸੀ। ਲੋਕਾਂ ਦੇ ਗੁੱਸੇ ਤੋਂ ਬਾਅਦ ਉਹ ਅੱਧ ਵਿਚਾਲੇ ਛੁੱਟੀਆਂ ਛੱਡ ਕੇ ਪਰਤ ਆਏ ਸਨ। ਨਵੰਬਰ 2021 ਵਿੱਚ ਸਕਾਟਲੈਂਡ ਦੇ ਗਲਾਸਗੋ ਵਿੱਚ ਆਯੋਜਿਤ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ 'ਚ ਕਾਰਬਨ ਨਿਕਾਸ ਵਿੱਚ ਕਟੌਤੀ ਲਈ ਹੋਰ ਅਭਿਲਾਸ਼ੀ ਟੀਚਿਆਂ ਨੂੰ ਨਿਰਧਾਰਤ ਨਾ ਕਰਨ ਲਈ ਵੀ ਉਹਨਾਂ ਦੀ ਆਲੋਚਨਾ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਅਗਸਤ 2018 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਸੱਤਾ ਸੰਭਾਲੀ ਸੀ। ਆਸਟ੍ਰੇਲੀਆ ਦੀ ਲੇਬਰ ਪਾਰਟੀ ਨੇ 2030 ਤੱਕ ਐਮਿਸ਼ਨਜ਼ 43% ਘਟਾਉਣ ਦਾ ਵਾਅਦਾ ਕੀਤਾ ਹੈ। ਆਸਟ੍ਰੇਲੀਆ ਸ਼ੁਰੂ ਵਿੱਚ ਅੰਤਰਰਾਸ਼ਟਰੀ ਯਾਤਰਾ ਤੇ ਪਾਬੰਦੀਆਂ ਲਗਾ ਕੇ ਕੋਵਿਡ-19 ਮਹਾਮਾਰੀ ਤੋਂ ਮਰਨ ਵਾਲਿਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਦੇ ਯੋਗ ਸੀ, ਪਰ ਵਧੇਰੇ ਛੂਤ ਵਾਲੇ ਡੈਲਟਾ ਅਤੇ ਓਮਿਕਰੌਨ ਰੂਪਾਂ ਦੇ ਫੈਲਣ ਨੂੰ ਰੋਕਣ ਵਿੱਚ ਮੁਸ਼ਕਲਾਂ ਸਾਬਤ ਹੋਈਆਂ ਨੇ। ਆਸਟ੍ਰੇਲੀਆ ਵਿੱਚ ਕੋਵਿਡ ਟੀਕਾਕਰਨ ਦੀ ਮੱਠੀ ਰਫ਼ਤਾਰ ਨੂੰ ਲੈ ਕੇ ਵੀ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਿਆ ਹੈ। ਚੀਨ ਨਾਲ ਵਪਾਰਕ ਸੰਬੰਧਾਂ ਦਾ ਮੁੱਦਾ ਵੀ ਚੋਣਾਂ ਵਿੱਚ ਛਾਇਆ ਰਹਿ ਸਕਦਾ ਹੈ। ਚੀਨ ਨੇ ਹਾਲ ਹੀ ਦੇ ਸਾਲਾਂ ਵਿੱਚ ਆਸਟ੍ਰੇਲੀਆ ਖਿਲਾਫ ਕਈ ਰਸਮੀ ਅਤੇ ਗੈਰ ਰਸਮੀ ਵਪਾਰਕ ਪਾਬੰਦੀਆਂ ਵੀ ਲਗਾਈਆਂ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਇਹਨਾਂ ਚੋਣਾਂ ਤੋਂ ਬਾਅਦ ਆਸਟ੍ਰੇਲੀਆ ਵਿੱਚ ਕਿਸ ਪਾਰਟੀ ਦੀ ਸੱਤਾ ਆਉਂਦੀ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ।
ਕਿਸੇ ਵੀ ਦੇਸ਼ ਦਾ ਸੁਰੱਖਿਅਤ ਅਤੇ ਖੁਸ਼ਹਾਲ ਭਵਿੱਖ ਇੱਕ ਮਜ਼ਬੂਤ ਆਰਥਿਕਤਾ ਤੇ ਨਿਰਭਰ ਕਰਦਾ ਹੈ। ਇੱਕ ਮਜ਼ਬੂਤ ਆਰਥਿਕਤਾ ਵਧੇਰੇ ਨੌਕਰੀਆਂ, ਬਿਹਤਰ ਜੀਵਨ ਪੱਧਰ ਅਤੇ ਬੱਚਿਆਂ ਦੀ ਦੇਖਭਾਲ, ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚਾ ਵਰਗੀਆਂ ਬਿਹਤਰ ਸੇਵਾਵਾਂ ਪ੍ਰਦਾਨ ਕਰਦੀ ਹੈ। ਇੱਕ ਮਜ਼ਬੂਤ ਆਰਥਿਕਤਾ ਇਹ ਵੀ ਯਕੀਨੀ ਬਣਾਉਂਦੀ ਹੈ ਕਿ ਸਾਡੀ ਰੱਖਿਆ ਬਲਾਂ ਅਤੇ ਸੁਰੱਖਿਆ ਏਜੰਸੀਆਂ ਕੋਲ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੇ ਸਰੋਤ ਹੋਣ। ਇਸੇ ਸਭ ਨੂੰ ਧਿਆਨ ਵਿੱਚ ਰੱਖਦਿਆਂ ਆਉਣ ਵਾਲੀਆਂ ਚੋਣਾਂ ਲਈ ਪ੍ਰਚਾਰ ਕਰ ਰਹੇ ਸਕਾਟ ਮੌਰਿਸਨ ਦੀ ਸਰਕਾਰ ਵੱਲੋਂ ਇੱਕ ਅਹਿਮ ਐਲਾਨ ਕੀਤਾ ਗਿਆ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ, ਜੋ ਕਿ ਪੱਛਮੀ ਸਿਡਨੀ ਦੇ ਪੈਰਾਮਾਟਾ ਸੀਟ ਉੱਪਰ ਆਉਣ ਵਾਲੀਆਂ ਚੋਣਾਂ ਲਈ ਪ੍ਰਚਾਰ ਕਰ ਰਹੇ ਨੇ, ਉਹਨਾਂ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹਨਾਂ ਦੀ ਪਾਰਟੀ ਚੋਣ ਜਿੱਤ ਜਾਂਦੀ ਹੈ ਤਾਂ ਅਗਲੇ 5 ਸਾਲਾਂ ਦੌਰਾਨ ਉਹ 1.3 ਮਿਲੀਅਨ ਰੋਜ਼ਗਾਰ ਲੈ ਕੇ ਆਉਣਗੇ। ਇਸ ਲਈ ਉਹ ਅਗਲੇ 4 ਸਾਲਾਂ ਦੌਰਾਨ $31 ਮਿਲੀਅਨ ਦੀ ਰਾਸ਼ੀ ਦਾ ਬਜਟ ਵੀ ਰੱਖਣਗੇ। ਸਕਾਟ ਮੌਰਿਸਨ ਨੇ ਕਿਹਾ ਕਿ ਉਕਤ ਰੋਜ਼ਗਾਰਾਂ ਲਈ ਉਹ ਰੱਖਿਆ ਉਦਯੋਗ ਦੇ ਨਾਲ-ਨਾਲ ਖਾਣ-ਪੀਣ ਵਾਲਾ ਸਮਾਨ ਤਿਆਰ ਕਰਨ ਵਾਲੇ ਉਦਯੋਗਾਂ ਆਦਿ ਨੂੰ ਵੀ ਪ੍ਰੋਤਸਾਹਿਤ ਕਰਨਗੇ। ਪ੍ਰਧਾਨ ਮੰਤਰੀ ਇਸ ਸੀਟ ਲਈ ਲਿਬਰਲ ਪਾਰਟੀ ਦੀ ਮਾਰੀਆ ਕੋਵੇਸਿਸ ਲਈ ਪ੍ਰਚਾਰ ਕਰ ਰਹੇ ਹਨ ਅਤੇ ਇਸ ਲਈ ਉਹਨਾਂ ਇਹ ਵੀ ਕਿਹਾ ਕਿ ਕੋਵੇਸਿਸ ਇੱਕ ਛੋਟੇ ਜਿਹੇ ਬਿਜ਼ਨਸ ਚਲਾਉਣ ਵਾਲੀ ਸਮਾਜਿਕ ਅਤੇ ਸੱਤਾਕਾਰਕ ਮਹਿਲਾ ਹਨ, ਜੋ ਕਿ ਇਸ ਖੇਤਰ ਦੀਆਂ ਹੋਰ ਮਹਿਲਾਵਾਂ ਦੀ ਬਿਹਤਰੀ ਵਾਸਤੇ ਹੀ ਕੰਮ ਕਰਨਗੇ। This election is about a strong economy and who can continue to deliver a strong economy, because a strong economy means a stronger future. ਇਸ ਮੌਕੇ ਆਸਟ੍ਰੇਲੀਆ ਦੇ ਟ੍ਰੈਜਰਰ ਜੋਸ਼ ਨੇ ਕਿਹਾ ਕਿ ਜਿਹੜੇ ਲੋਕ ਸੋਚਦੇ ਹਨ ਕਿ ਘੱਟ ਬੇਰੁਜ਼ਗਾਰੀ ਦਰ ਕਿਸਮਤ ਦਾ ਉਪਾਦਨ ਹੈ, ਉਹ ਗਲਤ ਨੇ। ਅਸੀਂ ਮਹਾਮਾਰੀ ਦੇ ਸਿਖਰ ਤੇ ਸੋਚ ਲਿਆ ਸੀ ਕਿ ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਦੀ ਦਰ 15% ਤੱਕ ਪਹੁੰਚ ਸਕਦੀ ਹੈ। ਅੱਜ ਸਾਡੇ ਕੋਲ ਬੇਰੁਜ਼ਗਾਰੀ ਦੀ ਦਰ ਸਿਰਫ 4% ਹੈ, ਜੋ ਕਿ 48 ਸਾਲਾਂ ਵਿੱਚ ਸਭ ਤੋਂ ਘੱਟ ਹੈ। ਉਹਨਾਂ ਇਹ ਵੀ ਆਖਿਆ ਕਿ ਸਾਨੂੰ ਸਤੰਬਰ ਤਿਮਾਹੀ ਵਿੱਚ ਬੇਰੁਜ਼ਗਾਰੀ 3.75% ਦੇਖਣ ਦੀ ਉਮੀਦ ਹੈ, ਜੋ ਕਿ 50 ਸਾਲਾਂ ਵਿੱਚ ਸਭ ਤੋਂ ਹੇਠਲਾ ਪੱਧਰ ਹੈ। ਜੇ ਤੁਸੀਂ ਸੋਚਦੇ ਹੋ ਕਿ ਇਹ ਕਿਸਮਤ ਦੀ ਗੱਲ ਹੈ ਤਾਂ ਤੁਸੀਂ ਗਲਤ ਹੋ। ਇਸ ਪਿੱਛੇ ਸਰਕਾਰ ਵੱਲੋਂ ਕਾਫੀ ਮਿਹਨਤ ਕੀਤੀ ਗਈ ਹੈ। ਟ੍ਰੈਜਰਰ ਜੋਸ਼ ਨੇ ਕਿਹਾ ਕਿ ਇਹ ਆંકੜੇ ਇੱਕ ਕਾਰਜਸ਼ੀਲ ਆਰਥਿਕ ਯੋਜਨਾ ਦਾ ਉਪਾਦਨ ਹਨ। As the Prime Minister said, Australia has come so far in just the last couple of years. We were literally staring into the economic abyss. Treasury thought at the height of the pandemic that the unemployment rate in Australia could reach as high as 15%. And today we have an unemployment rate at just 4%, the equal lowest in 48 years. Female unemployment today is at its lowest level since 1974. And in the budget, we printed an unemployment number with a 3 in front of it. And we expect to see unemployment 3.75% by the September quarter, which would be the lowest level in 50 years. If you think this is luck, you are wrong. It's the product of an economic plan that is working. But the budget laid out the next stage in our economic plan, a plan which will help create 1.3 million new jobs over the next 5 years. An economic plan that's investing in skills. Already we're seeing 220,000 Australians in a trade apprenticeship, the highest on record, and we're providing $5,000 payments to apprentices and up to $15,000 payments to employers who take them on. We're investing in small businesses because we know that they're the backbone of our economy, with 120% tax deduction for small businesses that either reskill their workers or go and invest in new technology, hardware and software. ਜ਼ਿਕਰਯੋਗ ਇਹ ਵੀ ਹੈ ਕਿ ਉਕਤ ਸੀਟ ਉੱਪਰ ਸਾਲ 2004 ਤੋਂ ਲੈ ਕੇ ਹੁਣ ਤੱਕ ਹਮੇਸ਼ਾ ਲੇਬਰ ਪਾਰਟੀ ਦੀ ਜੂਲੀ ਦਾ ਕਬਜ਼ਾ ਰਿਹਾ ਹੈ ਅਤੇ ਹੁਣ ਉਹਨਾਂ ਨੇ ਆਪਣੀ ਸਵੈ ਮੁਕਤੀ ਦਾ ਐਲਾਨ ਕੀਤਾ ਹੈ। ਇਹ ਲਗਾਤਾਰ ਦੂਸਰਾ ਮੌਕਾ ਹੈ ਕਿ ਜਦੋਂ ਲੇਬਰ ਪਾਰਟੀ ਨੇ ਇੱਕ ਵਾਰੀ ਫੇਰ ਤੋਂ ਅੰਗਰੇਜ਼ੀ ਨਾ ਬੋਲਣ ਵਾਲੇ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਕੈਨੇਡਾ ਦੀ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਪੇਸ਼ ਕੀਤੇ ਫੈਡਰਲ ਬਜਟ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ 42 ਸਕਿੰਟ ਦੀ ਵੀਡੀਓ ਜਾਰੀ ਕਰਕੇ ਆਮ ਲੋਕਾਂ ਨੂੰ ਜਾਣਕਾਰੀ ਸਾਂਝੀ ਕੀਤੀ ਹੈ। ਆਓ ਪ੍ਰਧਾਨ ਮੰਤਰੀ ਟਰੂਡੋ ਦੀ ਜ਼ੁਬਾਨੀ ਜਾਣਦੇ ਹਾਂ ਕਿ ਲਿਬਰਲ ਸਰਕਾਰ ਨੇ ਕਿਹੜੀ ਥਾਂ ਉੱਤੇ ਕਿੰਨਾ ਖਰਚਾ ਕਰਨ ਨੂੰ ਤਰਜੀਹ ਦਿੱਤੀ ਹੈ। ਪਿਛਲੇ ਸਾਲ ਦੀ ਚੋਣ ਕੈਂਪੇਨ ਵਿੱਚ ਵੋਟਰਾਂ ਐਨਡੀਪੀ ਨਾਲ ਪਿੱਛੇ ਜਿਹੇ ਕੀਤੇ ਸਮਝੌਤੇ ਤੇ ਆਪਣੇ ਗਲੋਬਲ ਡਿਫੈਂਸ ਭਾਈਵਾਲਾਂ ਨਾਲ ਬਜਟ ਨੂੰ ਸੰਤੁਲਿਤ ਕਰਨ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਫੈਡਰਲ ਲਿਬਰਲ ਸਰਕਾਰ ਵੱਲੋਂ 2022 ਬਜਟ ਪੇਸ਼ ਕੀਤਾ ਗਿਆ।
ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਅਰਥਚਾਰੇ ਦੇ ਨਿਰਮਾਣ ਤੇ ਘਾਟੇ ਨੂੰ ਘਟਾਉਣ ਦੇ ਨਾਲ ਅਗਲੇ 5 ਸਾਲਾਂ ਵਿੱਚ $1 ਬਿਲੀਅਨ ਦੇ ਖਰਚੇ ਕਰਨ ਦੇ ਵਾਅਦੇ ਨਾਲ ਬਜਟ ਪੇਸ਼ ਕੀਤਾ ਹੈ। ਬਜਟ ਵਿੱਚ ਹਾਊਸਿੰਗ ਅਫੋਰਡੇਬਿਲਿਟੀ ਤੋਂ ਲੈ ਕੇ ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਸੰਘਰਸ਼ ਕਾਰਨ ਪੈਦਾ ਹੋਈ ਗਲੋਬਲ ਆਰਥਿਕਤਾ ਦਰਮਿਆਨ ਕੈਨੇਡੀਅਨ ਫੌਜ ਦੇ ਹੱਥ ਮਜ਼ਬੂਤ ਕਰਨ, ਖੁਦ ਸੱਤਾ ਵਿੱਚ ਬਣੇ ਰਹਿਣ ਦੇ ਇਰਾਦੇ ਨਾਲ ਪ੍ਰੋਗਰੈਸਿਵ ਨੀਤੀਆਂ ਲਿਆਉਣ ਦਾ ਫਰੀਲੈਂਡ ਵੱਲੋਂ ਵਾਅਦਾ ਕੀਤਾ ਗਿਆ। ਉਹਨਾਂ ਇਹ ਵੀ ਦੱਸਿਆ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਕੈਨੇਡੀਅਨ ਅਰਥਚਾਰੇ ਨੂੰ ਕਿਸ ਤਰ੍ਹਾਂ ਲੈ ਉੱਤੇ ਲਿਆਂਦਾ ਜਾਵੇਗਾ ਅਤੇ ਕਿਸ ਤਰ੍ਹਾਂ ਖਰਚੇ ਕਰਕੇ ਮਹਾਮਾਰੀ ਦੇ ਦੌਰ ਤੋਂ ਬਾਹਰ ਨਿਕਲਿਆ ਜਾਵੇਗਾ। ਬਜਟ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ 42 ਸਕਿੰਟ ਦੀ ਵੀਡੀਓ ਜਾਰੀ ਕੀਤੀ ਹੈ। ਵੀਡੀਓ ਸ਼ੇਅਰ ਕਰਦਿਆਂ ਉਹਨੇ ਲਿਖਿਆ ਕਿ ਕੈਨੇਡੀਅਨਸ ਨਾਲ 2022 ਬਜਟ ਸਾਂਝਾ ਕੀਤਾ ਗਿਆ ਹੈ, ਜਿਸ ਦੀਆਂ ਮੈਂ ਤੁਹਾਨੂੰ ਕੁਝ ਹਾਈਲਾਈਟਸ ਦੁਆਰਾ ਜਾਣੂ ਕਰਵਾਉਣਾ ਚਾਹਨਾ। ਆਓ ਇੱਕ ਨਜ਼ਰ ਮਾਰਦੇ ਹਾਂ। Hey everyone, the Deputy Prime Minister delivered the budget and I figured I'd run you through some of the big things in it. And because it's budget 2022, I'm going to do it in 20 and 20 and 2 seconds. So 42 seconds on the clock. Here we go. We're going to make housing more affordable, help Canadians buy their first home, protect your rights as a buyer, and build even more homes across the country. At the same time, we're going to do even more to fight climate change. We're going to help people make the switch to electric vehicles, make sure businesses can easily adopt clean tech, make our electricity cleaner, and make your homes greener. We're also working to keep our economy growing. We're going to cut taxes for growing small businesses, make sure our supply chain is resilient, and we're going to continue to create good middle-class jobs. And through it all, we're going to keep investing to make your life more affordable. That includes cutting your childcare fees, making dental care more affordable, improving the Canada Workers' Benefit, and so much more. We're also going to advance reconciliation and continue to invest in Indigenous communities. We're going to support rural communities across the country. We're stepping up with even more support for Ukraine. And what's my time? 48. Okay, so that was a bit more than 20 and 20 and 2 seconds, but there's a lot in the budget for you and your family, and there's so much more I didn't mention. That's why I'll be talking about it over the coming many days, so be sure to keep checking back in. Take care. ਗਾਜ਼ੀਆਬਾਦ ਉੱਤਰ ਪ੍ਰਦੇਸ਼ ਦੇ 21 ਸਾਲਾ ਲੜਕੇ ਕਾਰਤਿਕ ਵਾਸੁਦੇਵ ਜੋ ਉੱਚ ਸਿੱਖਿਆ ਹਾਸਲ ਕਰਨ ਲਈ ਕੈਨੇਡਾ ਗਿਆ ਸੀ, ਉਸ ਦੀ 7 ਅਪ੍ਰੈਲ ਨੂੰ ਟੋਰਾਂਟੋ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਇੱਕ ਅਹਿਮ ਅਪਡੇਟ ਸਾਹਮਣੇ ਆਈ ਹੈ। ਟੋਰਾਂਟੋ ਪੁਲਿਸ ਨੇ ਕਿਹਾ ਕਿ ਕੈਨੇਡਾ ਵਿੱਚ 21 ਸਾਲਾ ਵਿਦਿਆਰਥੀ ਕਾਰਤਿਕ ਵਾਸੁਦੇਵ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਸ਼ੱਕ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਾਰਤਿਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦਾ ਰਹਿਣ ਵਾਲਾ ਸੀ ਅਤੇ ਜਨਵਰੀ ਵਿੱਚ ਪੜ੍ਹਾਈ ਲਈ ਕੈਨੇਡਾ ਗਿਆ ਸੀ। ਵਿਨੀਪੈਗ ਦੇ ਸਕੂਲਾਂ ਨੂੰ ਬੰਦ ਕਰਨ ਲਈ ਮਜਬੂਰ ਹੋਏ 25 ਸਾਲ ਹੋ ਗਏ ਨੇ, ਪਰ ਇਹ ਸਿਲਸਿਲਾ ਇਸ ਹਫ਼ਤੇ ਖਤਮ ਹੋ ਸਕਦਾ ਹੈ। ਐਨਵਾਇਰਨਮੈਂਟ ਕੈਨੇਡਾ ਮੁਤਾਬਕ ਅਗਲੇ ਕੁਝ ਦਿਨ ਕੈਨੇਡੀਅਨ ਇਤਿਹਾਸ ਦਾ ਦਹਾਕਿਆਂ ਬਾਅਦ ਇੱਕ ਵੱਡਾ ਬਰਫੀਲਾ ਤੂਫਾਨ ਆਵੇਗਾ। ਅਰਦਾਸ ਇਹ ਛੋਟਾ ਹੋਵੇ ਅਤੇ ਕਿਸੇ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਰਿਪੋਰਟਾਂ ਮੁਤਾਬਕ ਇਸ ਦੇ ਚਲਦਿਆਂ ਜ਼ਿਆਦਾਤਰ ਮੈਨੀਟੋਬਾ ਦੇ ਇਲਾਕੇ ਪ੍ਰਭਾਵਿਤ ਹੋਣਗੇ। ਮੈਨੀਟੋਬਾ RCMP ਵੀ ਬਰਫੀਲੇ ਤੂਫਾਨ ਦੇ ਮੱਦੇਨਜ਼ਰ ਸੂਬੇ ਦੇ ਦੱਖਣੀ ਹਿੱਸੇ ਵਿੱਚ ਸਾਰੇ ਪ੍ਰਮੁੱਖ ਹਾਈਵੇਜ਼ ਨੂੰ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ। ਮੌਸਮ ਵਿਭਾਗ ਨੇ ਦੱਖਣੀ ਮੈਨੀਟੋਬਾ ਵਿੱਚ ਜ਼ਬਰਦਸਤ ਬਰਫੀਲੇ ਤੂਫਾਨ ਦੀ ਭਵਿੱਖਬਾਣੀ ਕੀਤੀ ਹੈ। ਐਨਵਾਇਰਨਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਇਹ ਤੂਫਾਨ ਕਈ ਦਹਾਕਿਆਂ ਵਿੱਚ ਆਉਣ ਵਾਲਾ ਸਭ ਤੋਂ ਤਰੀਬ ਤੂਫਾਨ ਹੋ ਸਕਦਾ ਹੈ, ਜਿਸ ਕਰਕੇ ਆਉਂਦੇ 3 ਦਿਨਾਂ ਤੱਕ ਸੂਬੇ ਵਿੱਚ ਜਨ ਜੀਵਨ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ। ਤੂਫਾਨ ਦੀ ਚੇਤਾਵਨੀ ਨੂੰ ਅਪਡੇਟ ਕਰਦਿਆਂ ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਹੈ ਕਿ ਸੂਬੇ ਵਿੱਚ 30 ਤੋਂ 50 ਸੈਂਟੀਮੀਟਰ ਦੀ ਬਰਫ਼ਬਾਰੀ ਹੋ ਸਕਦੀ ਹੈ ਅਤੇ ਹਵਾ ਦੀ ਰਫ਼ਤਾਰ 70 ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਇਸ ਨਾਲ ਹੀ ਵਿਜ਼ਿਬਿਲਿਟੀ ਭਾਵ ਨਜ਼ਰ ਆਉਣ ਦੀ ਸਮਰੱਥਾ ਲਗਭਗ 0 ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਯਾਤਰਾ ਨਾ ਕਰਨ ਦੀ ਚੇਤਾਵਨੀ ਦਿੰਦਿਆਂ ਜ਼ਰੂਰੀ ਸਾਜ਼ੋ ਸਮਾਨ ਜਿਵੇਂ ਕਿ ਫੂਡ ਅਤੇ ਮੈਡੀਕਲ ਆਈਟਮਾਂ ਇਕੱਤਰਿਤ ਕਰਨ ਦੀ ਸਲਾਹ ਦਿੱਤੀ ਹੈ। ਇੱਕ ਮੌਸਮ ਮਾਹਰ ਨੇ ਦੱਸਿਆ ਹੈ ਕਿ ਵਿਨੀਪੈਗ ਵਿੱਚ 24 ਤੋਂ 45 ਸੈਂਟੀਮੀਟਰ ਬਰਫ਼ਬਾਰੀ ਦਾ ਅਨੁਮਾਨ ਹੈ। ਉਹਨਾਂ ਨੇ ਇਹ ਵੀ ਆਖਿਆ ਕਿ ਵਿਨੀਪੈਗ ਵਿੱਚ ਪੂਰੀ ਸਰਦ ਰੁੱਤ ਔਸਤਨ 127 ਸੈਂਟੀਮੀਟਰ ਬਰਫ਼ ਪੈਂਦੀ ਹੈ। ਇਸ ਹਿਸਾਬ ਨਾਲ ਇਸ ਤੂਫਾਨ ਦੌਰਾਨ ਸੰਭਾਵਿਤ 45 ਸੈਂਟੀਮੀਟਰ ਬਰਫ਼ ਦਾ ਮਤਲਬ ਹੋਇਆ ਕਿ ਪੂਰੇ ਸਰਦ ਰੁੱਤ ਵਿੱਚ 1/3 ਬਰਫ਼ ਇੱਕ ਤੂਫਾਨ ਦੌਰਾਨ ਪੈ ਜਾਵੇਗੀ। ਲੰਘੇ ਵਿੰਟਰ ਸੀਜ਼ਨ ਵਿੱਚ 27 ਦਸੰਬਰ ਨੂੰ ਸਭ ਤੋਂ ਵੱਧ 20 ਸੈਂਟੀਮੀਟਰ ਬਰਫ਼ਬਾਰੀ ਹੋਈ ਸੀ। ਮੌਸਮ ਮਾਹਰ ਨੇ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ 1997 ਵਿੱਚ ਵਿਨੀਪੈਗ 'ਚ 48 ਸੈਂਟੀਮੀਟਰ ਸਨੋ ਪਈ ਸੀ। ਉਹਨਾਂ ਕਿਹਾ ਹੈ ਕਿ ਇਸ ਕਿਸਮ ਦਾ ਤੂਫਾਨ ਸ਼ਹਿਰ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੰਦਾ ਹੈ। ਸੜਕਾਂ ਤੋਂ ਲੈ ਕੇ ਦੁਕਾਨਾਂ, ਸਕੂਲ, ਲਗਭਗ ਸਾਰਾ ਕੁਝ ਹੀ ਬੰਦ ਹੋ ਜਾਂਦਾ ਹੈ।
इस सब के दरमियान मैनीटोबा RCMP बर्फीले तूफान के मद्देनज़र सूबे के दक्षिणी हिस्से विच सारे प्रमुख हाईवेज़ नूं बंद करन दी तैयारी कर रहा है। एक प्रैस रिलीज़ विच RCMP ने आखिया है कि उसने मंगलवार नूं अद्धी रात तों आले दुआले या जदों भी बर्फबारी शुरू हुंदी है तां सारियां प्रमुख सड़कां नूं बंद करन दा फैसला कीता है। पुलिस लोकां नूं यात्रा ना करन दी जोरदार सलाह दे रही है अते उन्हां नूं चेतावनी दे रही है कि जो अजिहा करदे हन कि बचाव करन वाले मदद नहीं कर सकते जेकर वो फस जांदे ने या मदद दी उन्हां नूं लोड़ हुंदी है। सड़कां दी स्थितियां अते बंद होण दी अपडेट दी जानकारी लैण लई तुसीं मैनीटोबा 511 ते विजिट कर सकदे हो। ब्यूरो रिपोर्ट चैनल पंजाबी। ओंटारियो ਦੇ ਡੰਪ ਟਰੱਕ ਡਰਾਈਵਰਾਂ ਵੱਲੋਂ ਉਜਰਤ ਦਰ ਵਧਾਉਣ ਤੇ ਆਪਣੇ ਹੱਕਾਂ ਦੀ ਬਹਾਲੀ ਲਈ ਮਿਸੀਸਾਗਾ 'ਚ ਪ੍ਰਦਰਸ਼ਨ ਜਾਰੀ ਨੇ। ਡਰਾਈਵਰਾਂ ਦਾ ਕਹਿਣਾ ਹੈ ਕਿ ਸਾਲ 2021 ਵਿੱਚ ਔਸਤਨ $65 ਤੋਂ $80 ਘੰਟਾ ਮਿਲ ਜਾਂਦੇ ਸਨ, ਪਰ ਇੰਨੇ ਸਾਲ ਬਾਅਦ ਵੀ ਉਜਰਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ, ਪਰ ਖਰਚੇ ਦੂਜੀ ਓੜ ਵਧਦੇ ਹੀ ਜਾ ਰਹੇ ਨੇ। ਮੁਜ਼ਾਹਰੇਕਾਰੀ ਡਰਾਈਵਰਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਵੀ ਸ਼ਾਮਲ ਨੇ। ਬਰੈਂਪਟਨ ਸਿਟੀ ਕੌਂਸਲ ਦੀ ਤਰਜ਼ ਤੇ ਮਿਸੀਸਾਗਾ ਸਿਟੀ ਕੌਂਸਲ ਵੀ ओंटारियो ਡੰਪ ਟਰੱਕ ਐਸੋਸੀਏਸ਼ਨ ਦੀ ਹਿਮਾਇਤ ਵਿੱਚ ਨਜ਼ਰ ਆਈ ਹੈ। इस दे नाल ही उजरत दर विच वाधे सने होरनां मंगां दे हक विच चल रही हड़ताल दा समर्थन भी किया गया। इस दौरान डंप ट्रक एसोसीएशन वालों होर ओंटारियो LRT दा निर्माण कर रही कंपनी विरोध रोस विखावा भी किया गया। डंप ट्रक एसोसीएशन के बुलारे बॉब पुनिया ने दस्सिया कि मोबिलिंक्स वालों हड़ताल तुड़वाउण दे यतन किए जा रहे हैं। इसी मकसद दे नाल कई ठेकेदारां नूं मोहरा बना के वरतिया जा रहा है। उन्होंने आखिया कि $4.6 अरब की रकम नाल होर ओंटारियो LRT का निर्माण कर रही है अते इस कंपनी वालों वरतियां जा रही कुड़ हरकतां बर्दाश्त नहीं कीतियां जाणगियां। ओंटारियो डंप ट्रक एसोसीएशन के बुलारे ने आखिया कि लिखती तौर पर मंगां मन्ने जाण तो बाद ही ਉਹ अपना अंदोलन खत्म करनगे। उन्होंने कहा कि सिर्फ मेहनताने का मुद्दा लैके हड़ताल शुरू नहीं की गई सी, बल्कि किरती कानून और सुरक्षा गाइडलाइंस वाल भी ध्यान दिते जाने की सख्त जरूरत है। We want to let everybody know that our rights need to be respected. They can only be respected if we have a signed contract. That's what we're standing here for. We want to let everybody know that we need a signed contract. These contractors are trying to split us. They're telling us all the stuff that we want to hear, but they're not putting it to pen to paper. Until it's pen to paper, we are not going to stop. It's our right to have us respected. And if they can sign contracts on these jobs, they can sign contracts with every single one of us. Yes. This is unfair treatment. We will not stand for it. We are calling on this particular project, Mobilinks, come to the table, talk to us. Do not support strike busting. We are working hard for our individuals to make sure that everything is being operated properly. ओंटारियो डंप ट्रक एसोसीएशन का कहना है कि कई साल तो घट उजरत दर विच वाधा नहीं होया, जबकि इस दे उल्ट पिछले 2 सालां दौरान इंजन ऑयल बदलन का खर्चा $250 तो बढ़ के $500 हो गया। ये ही नहीं सगों तेल की टंकी जो पहला $400 विच भरी जाती सी, हुण उस लई $800 खर्च करने पैंदे हन। ODT ओंटारियो डंप ट्रकिंग एसोसीएशन अज मोबिलिंक्स की जॉब के उत्ते आई आ, क्योंकि ये साडा टारगेट सी। ये सिटी की जॉब आ, सिटी की जॉब के $बिलियन ये बना रहे हैं। जिस तरह के पिछले दिनों के साडी जिहड़ी जरनल मीटिंग हुई सी, उहदे विच सानू मिनिस्टर ने भी आके ज्वाइन किया सी। उन्होंने ऑलरेडी दस्सिया भी 25% तक की इन्होंने इनक्रीजमेंट पिछों मिल चुकी है, जिहड़ी साडी ट्रकिंग इंडस्ट्री तक साडे तक कुछ भी नहीं पहुँचया। जिहड़ी ट्रकिंग इंडस्ट्री है जी, वो इस वक्त इन्नी इन्फेक्टेड हो चुकी है बई जे असी ट्रक यार्ड दे विच खड़ा रहिंदा आ तां उस दा तकरीबन जिहड़ी साडी मेंटेन कॉस्ट आ जां उहदी पार्किंग प्राइस पा के जां उहदी जिहड़ी किस्त आ वो पा के तकरीबन वो $200 तो $250 तक दा उहदा खर्चा है। पर जे असी इस वक्त प्राइसिस इन्नियां हाई हो चुकियां फ्यूल दियां जां मेंटेनेंस दियां, जे उस ट्रक नूं असी काम दे उत्ते भेजदे हां तां सानूं प्लस $100 करना पैंदा। जे वो 2 तो 250 दा उहदा यार्ड 'च खड़े दा उहदा हैगा नुकसान सानूं, तां काम ते गए दा 3 तो 350 प्लस हो जाता जी। ताकि यार्ड 'च खड़ा सानूं वो बैटर है इनस्टैड भी वो जॉब के उत्ते जांदा, जॉब के उत्ते जाण दे नाल सानूं $100 का जिहड़ा होर नुकसान हुंदा जिहड़ा कि असी झੱਲ नहीं सकते। डंप ट्रक एसोसीएशन के मैंबरां ने बार इस गल ते तर्ज दी है कि 2 साल अंदर ही इंजन ऑयल और पेट्रोल का खर्चा इन्ना क वध गया है कि हुण उन्हां नूं अपना घर परिवार चलाउणा औखा हो गया। हुण वेखना यह होवेगा कि इन्हां मेहनतकश ड्राइवरां दी गुहार
ਫੈਡਰਲ ਸਰਕਾਰ ਤੱਕ ਕਦੋਂ ਪਹੁੰਚੇਗੀ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਅੱਜ ਦੇ ਇਸ ਬੁਲਟਨ 'ਚ ਬਸ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।